ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਿਆਰੀ ਸਾਧ ਸੰਗਤ ਜੀ, ਜੈ ਗੁਰਦੇਵ, ਧੰਨ ਗੁਰਦੇਵ। ਅੱਜ ਦੇ ਪਾਵਨ ਤੇ ਪਵਿੱਤਰ ਸ਼ਲੋਕਾਂ ਦੇ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਉਹ ਪਰਮ ਪਿਤਾ ਪ੍ਰਮਾਤਮਾ ਦੀ ਜੋਤ ਹਰ ਇਨਸਾਨ ਦੇ ਵਿੱਚ ਜਗਦੀ ਹੈ, ਉਹ ਫਿਰ ਚਾਹੇ ਕੋਈ ਵੀ ਹੋਵੇ। ਇਸ ਸੰਸਾਰ ਨੇ ਸਾਧ ਸੰਗਤ ਜੀ, ਜੋ ਸੰਸਾਰ ਦੇ ਕੁਝ ਚਲਾਕ ਲੋਕ ਨੇ, ਸੰਸਾਰ ਨੂੰ ਵਰਗਾਂ ਦੇ ਵਿੱਚ ਵੰਡਿਆ ਹੋਇਆ ਆ। ਅੱਜ ਵੀ ਉਹ ਜੋ ਜਾਤ ਪਾਤ ਦੇ ਵਰਗ ਨੇ ਉਹ ਚੱਲਦੇ ਨੇ, ਪਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਇਹਨਾਂ ਦਾ ਖੰਡਨ ਕਰਦੇ ਨੇ ਅਤੇ ਫਰਮਾਉਂਦੇ ਨੇ ਕਿ ਭਾਈ ਉਹ ਪਰਮ ਪਿਤਾ ਪ੍ਰਮਾਤਮਾ ਦੇ ਦਰਬਾਰ 'ਚ ਕੋਈ ਜਾਤ ਪਾਤ ਨਹੀਂ ਜੀ ਚੱਲਦੀ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਕੋਈ ਕਿਸੇ ਵੀ ਜਾਤ ਦਾ ਹੋਵੇ, ਧਰਮ ਦਾ ਹੋਵੇ, ਹਰ ਜੀਵ ਦੇ ਵਿੱਚ ਉਹ ਪਰਮ ਪਿਤਾ ਪ੍ਰਮਾਤਮਾ ਦੀ ਜੋਤ ਜਗਦੀ ਹੈ। ਸਭ ਮੈਂ ਰਾਮੈ ਜੋਤ ਏਕ, ਸਭ ਮੈਂ ਰਾਮੈ ਜੋਤ ਏਕੈ ਸਿਰਜਨਹਾਰਾ। ਰਵਿਦਾਸ ਰਾਮੈ ਸਭਨ ਮੈਂ, ਬ੍ਰਾਹਮਣ ਹੋਏ ਕੁਛ ਮਾਰਾ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਉਂਦੇ ਨੇ ਕਿ ਭਾਈ ਹਰ ਜੀਵ ਦੇ ਵਿੱਚ ਪ੍ਰਮਾਤਮਾ ਦੀ ਜੋਤ ਹੈ ਤੇ ਸਭਨਾਂ ਦੀ ਸਿਰਜਣਾ ਉਸ ਇੱਕ ਪ੍ਰਮਾਤਮਾ ਨੇ ਕੀਤੀ ਹੈ। ਉਹ ਪ੍ਰਭੂ ਸਭ ਜੀਵਾਂ ਦੇ ਵਿੱਚ ਵਸਿਆ ਹੋਇਆ ਆ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਇ। ਸਭ ਮੇਂ ਹਰ ਹੈ, ਹਰ ਮੇਂ ਸਭ ਹੈ, ਹਰ ਆਪਣੋ ਜਿਨ ਜਾਨਾ। ਕਿ ਸਾਧ ਸੰਗਤ ਜੀ, ਜਿੰਨੇ ਵੀ ਜੀਵ ਨੇ, ਹਰ ਜੀਵ ਦੇ ਵਿੱਚ ਉਹ ਪਰਮ ਪਿਤਾ ਪ੍ਰਮਾਤਮਾ ਦੀ ਜੋਤ ਜਗਦੀ ਹੈ। ਭਾਵੇਂ ਫਿਰ ਕੋਈ ਇਹ ਜੋ ਸੰਸਾਰਿਕ ਜਾਤਾਂ ਨੇ, ਭਾਵੇਂ ਕੋਈ ਬ੍ਰਾਹਮਣ ਹੋਵੇ, ਕੋਈ ਚਮਾਰ ਹੋਵੇ, ਸਤਿਗੁਰੂ ਜੀ ਫਰਮਾਉਂਦੇ ਨੇ ਰਵਿਦਾਸ ਰਾਮੈ ਸਭਨ ਮੈਂ, ਬ੍ਰਾਹਮਣ ਹੋਏ ਕੁਛ ਮਾਰਾ। ਕਿ ਭਾਈ ਕੋਈ ਸੰਸਾਰਿਕ ਜੋ ਜਾਤਾਂ ਨੇ, ਕਿਸੇ ਵੀ ਜਾਤ ਦਾ ਹੋਵੇ, ਹਰ ਇਨਸਾਨ ਦੇ ਵਿੱਚ ਉਹ ਪਰਮ ਪਿਤਾ ਪ੍ਰਮਾਤਮਾ ਬੈਠਾ ਆ। ਤੇ ਇਹ ਸੱਚ ਵੀ ਹੈ ਸਾਧ ਸੰਗਤ ਜੀ। ਅੱਜ ਜੇ ਬਰਾਬਰ ਦੇ ਅਧਿਕਾਰ ਮਿਲੇ ਨੇ ਸਾਧ ਸੰਗਤਾਂ ਨੂੰ, ਤਾਂ ਹਰ ਵਰਗ ਦਾ ਜੋ ਬੱਚਾ ਆ ਸਾਧ ਸੰਗਤ ਜੀ, ਉਹ ਬਰਾਬਰ ਪੜ੍ਹ ਰਿਹਾ ਆ ਲਗਭਗ। ਤੇ ਜਦੋਂ ਬਰਾਬਰ ਦੇ ਅਧਿਕਾਰ ਮਿਲੇ ਨੇ ਸਾਧ ਸੰਗਤ ਜੀ, ਅੱਜ ਬਹੁਤੇ ਜੋ ਲੋਕ ਨੇ ਉਹ ਤਰੱਕੀਆਂ ਮਾਣ ਰਹੇ ਨੇ, ਆਪਣਾ ਜੋ ਹੁਨਰ ਹੈ ਵੱਖ-ਵੱਖ ਖੇਤਰਾਂ ਦੇ ਵਿੱਚ ਦਿਖਾ ਰਹੇ ਨੇ ਸਾਧ ਸੰਗਤ ਜੀ। ਅੱਜ ਬੱਚੇ ਵੱਡੇ ਵੱਡੇ ਟੈਸਟ ਪਾਸ ਕਰ ਰਹੇ ਨੇ। ਤੇ ਇੱਕ ਸਮਾਂ ਸੀ ਜਦੋਂ ਬਹੁਤ ਵੱਡੇ ਵਰਗ ਨੂੰ ਸਮਾਜਿਕ ਰਾਜਨੀਤਿਕ ਅਧਿਕਾਰਾਂ ਤੋਂ ਵਾਂਝਿਆ ਰੱਖਿਆ ਗਿਆ, ਧਾਰਮਿਕ ਅਧਿਕਾਰਾਂ ਤੋਂ ਵਾਂਝਿਆ ਰੱਖਿਆ ਗਿਆ। ਪਰ ਹੁਣ ਜਦੋਂ ਸਾਧ ਸੰਗਤ ਜੀ ਮੌਕਾ ਮਿਲਿਆ ਆ, ਪਹਿਲਾਂ ਵੀ ਹੁਨਰ ਦਿਖਾਇਆ, ਹੁਣ ਵੀ ਆਪਣਾ ਹੁਨਰ ਦਿਖਾ ਰਹੇ ਨੇ। ਤੇ ਇਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾ ਰਹੇ ਨੇ ਕਿ ਭਾਈ ਹਰ ਜੀਵ ਦੇ ਵਿੱਚ ਉਹ ਚੇਤਨਤਾ ਹੈ, ਚਾਹੇ ਫਿਰ ਉਹ ਕਿਸੇ ਵੀ ਜੋ ਸਮਾਜ ਦੇ ਵਿੱਚ ਵੰਡੀ ਹੋਈ ਹੈ ਸਾਧ ਸੰਗਤ ਜੀ, ਕਿਸੇ ਵੀ ਵਰਗ ਦਾ ਬੱਚਾ ਹੋਵੇ, ਜਦੋਂ ਉਸ ਨੂੰ ਬਰਾਬਰ ਮੌਕਾ ਦਿੱਤਾ ਜਾਂਦਾ ਹੈ ਉਹ ਅੱਗੇ ਨਿਕਲਦਾ ਹੈ। ਇਹ ਨਹੀਂ ਹੈ ਕਿ ਉਸ ਵਰਗ ਦੇ ਬੱਚੇ ਤੇਜ਼ ਨੇ, ਉਸ ਦੇ ਕਮਜ਼ੋਰ ਨੇ, ਨਹੀਂ ਸਾਧ ਸੰਗਤ ਜੀ। ਹਰ ਜੀਵ ਦੇ ਵਿੱਚ ਉਹ ਪਰਮ ਪਿਤਾ ਪ੍ਰਮਾਤਮਾ ਬੈਠਾ ਆ। ਤੇ ਜਦੋਂ ਇਹ ਜੀਵ ਆਪਣੇ ਦਿਮਾਗ ਦਾ ਇਸਤੇਮਾਲ ਕਰਦਾ ਹੈ ਸਾਧ ਸੰਗਤ ਜੀ, ਕੁਝ ਵੀ ਕਰ ਸਕਦਾ ਆ। ਫਿਰ ਚਾਹੇ ਇਹ ਕਿਸੇ ਵੀ ਖੇਤਰ 'ਚ ਕਾਮਯਾਬ ਹੋਣਾ ਚਾਹਵੇ, ਇਹ ਹੋ ਸਕਦਾ ਹੈ, ਇਹ ਹੋ ਵੀ ਰਿਹਾ ਹੈ ਸਾਧ ਸੰਗਤ ਜੀ। ਐਸੀ ਲਾਲ ਤੁਧ ਬਿਨ ਕੌਣ ਕਰੈ, ਗਰੀਬ ਨਵਾਜ ਗੁਸਈਆ ਮੇਰਾ ਮਾਥੇ ਛਤਰ ਤਰੈ। रविदास जो करता सिर सिटिका, वो तो करता एक। सब में जोत स्वरूप एक, काहे कहूं अनेक। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਸਾਰੀ ਸ੍ਰਿਸ਼ਟੀ ਦਾ ਜੋ ਰਚਨਹਾਰ ਹੈ ਉਹ ਪਰਮ ਪਿਤਾ ਪ੍ਰਮਾਤਮਾ ਇੱਕ ਹੀ ਹੈ। ਕੇਵਲ ਉਸ ਦੀ ਜੋਤ ਦਾ ਸਰੂਪ ਹੀ ਸਾਰਿਆਂ ਵਿੱਚ ਮੌਜੂਦ ਹੈ ਸਾਧ ਸੰਗਤ ਜੀ। ਮਨ ਤੂ ਜੋਤ ਸਰੂਪ ਹੈ। ਕਿ ਜੀਵ ਦਾ ਜੋ ਮਨ ਹੈ ਨਾ ਸਾਧ ਸੰਗਤ ਜੀ, ਉਸ ਮਨ ਦੇ ਵਿੱਚੋਂ ਪਰਮ ਪਿਤਾ ਪ੍ਰਮਾਤਮਾ ਦੀ ਜੋਤ ਜਗ ਰਹੀ ਹੈ। ਇਸ ਲਈ ਸਤਿਗੁਰਾਂ ਨੇ ਸਾਨੂੰ ਸਮਝਾਇਆ ਹੈ, ਨਾਮ ਤੇਰੇ ਕੀ ਜੋਤ ਲਗਾਈ, ਭਇਓ ਉਜਿਆਰੋ ਪਵਨ ਸਗਲਾਰੇ। ਕਿ ਹੇ ਜੀਵ, ਜਿਵੇਂ ਆਪਾਂ ਕਮਰੇ 'ਚ ਜੋਤ ਜਗਾਉਂਦੇ ਨਾ ਸਾਧ ਸੰਗਤ ਜੀ, ਕਮਰੇ 'ਚ ਜੋਤ ਜਗਾਉਣ ਨਾਲ ਕਮਰੇ 'ਚ ਚਾਨਣ ਹੁੰਦਾ ਹੈ। ਐਸੇ ਪ੍ਰਕਾਰ ਜਦੋਂ ਅਸੀਂ ਗਿਆਨ ਦੀ ਜੋਤ ਜਗਾਉਂਦੇ ਹਾਂ ਮਨ ਦੇ ਵਿੱਚ, ਜਦੋਂ ਅਸੀਂ ਸ਼ਬਦ ਦੀ ਜੋਤ ਜਗਾਉਂਦੇ ਹਾਂ ਸਾਧ ਸੰਗਤ ਜੀ ਆਪਣੇ ਮਨ ਦੇ ਵਿੱਚ, ਤਾਂ ਸਾਡੇ ਜਨਮਾਂ ਜਨਮਾਂਤਰਾਂ ਦਾ ਜੋ ਵਹਿਮਾਂ ਭਰਮਾਂ ਅਡੰਬਰਾਂ ਪਖੰਡਾਂ ਦਾ ਹਨੇਰਾ ਆ ਉਹ ਦੂਰ ਹੁੰਦਾ ਹੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਕੋਈ ਸੰਸਾਰਿਕ ਜੋਤਾਂ ਦੀ ਗੱਲ ਨਹੀਂ ਜੀ ਕਰਦੇ। ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਆਪਣੇ ਮਨ ਦੇ ਵਿੱਚ ਗਿਆਨ ਦੀ ਜੋਤ ਜਗਾ।
ਸਤਿਗੁਰਾਂ ਦੇ ਗਿਆਨ ਦੀ ਜੋਤ ਜਗਾ, ਸ਼ਬਦ ਦੀ ਜੋਤ ਜਗਾ। ਸਾਧ ਸੰਗਤ ਜੀ, ਜਦੋਂ ਗੁਰਾਂ ਦੇ ਗਿਆਨ ਦੀ ਜੋਤ ਜਗਦੀ ਹੈ, ਫਿਰ ਉਹ ਸਾਰੀ ਦੁਨੀਆ ਦਾ ਮਾਲਕ ਜੋ ਹੈ ਉਹ ਸਾਨੂੰ ਅੰਦਰੋਂ ਹੀ ਪ੍ਰਾਪਤ ਹੋ ਜਾਂਦਾ ਹੈ। रविदास जो करता सृष्टि का, वो तो करता एक, सब मैं जोत स्वरूप एक काहे कहूं अनेक। कि भाई हर जीव दे विचों परमपिता, इको ही परमपिता परमात्मा दी जोत जगदी है, मैं अलग अलग क्यों कवां। रविदास हों देखा सोध कर, साहिब भेख अनंत, इक आत्म कट कट रमै, सब दिस एक्यो भगवंत। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਉਚਾਰਨ ਕਰਦੇ ਨੇ ਕਿ ਭਾਈ ਮੈਂ ਪੂਰੀ ਤਰ੍ਹਾਂ ਜਾਂਚ ਪਰਖ ਕੇ ਦੇਖ ਲਿਆ ਹੈ, ਉਸ ਸਾਹਿਬ ਦੇ ਭੇਸ ਅਨੰਤ ਨੇ। ਅਸੀਂ ਪ੍ਰਮਾਤਮਾ ਨੂੰ ਸਾਧ ਸੰਗਤ ਜੀ ਅਨੇਕਾਂ ਨਾਵਾਂ ਨਾਲ ਯਾਦ ਕਰਦੇ ਹਾਂ, ਅਨੇਕਾਂ ਨਾਵਾਂ ਨਾਲ ਪੁਕਾਰਦੇ ਹਾਂ, ਪਰ ਉਹ ਪਰਮ ਪਿਤਾ ਪ੍ਰਮਾਤਮਾ ਘਟ ਘਟ ਦੇ ਵਿੱਚ ਰਮਿਆ ਹੋਇਆ ਹੈ। ਸਾਰੇ ਦਿਸ਼ਾਵਾਂ ਦੇ ਵਿੱਚ ਉਹੀ ਪਰਮ ਪਿਤਾ ਪ੍ਰਮਾਤਮਾ ਆ। ਜਿਵੇਂ ਸਤਿਗੁਰੂ ਪੀਪਾ ਮਹਾਰਾਜ ਜੀ ਫਰਮਾਉਂਦੇ ਨੇ ਨਾ, ਜੋ ਬ੍ਰਹਮੰਡ ਹੈ ਸੋਈ ਪਿੰਡ ਹੈ, ਜੋ ਖੋਜੇ ਸੋ ਪਾਵੇ। ਕਿ ਸਾਧ ਸੰਗਤ ਜੀ, ਜੋ ਪ੍ਰਮਾਤਮਾ ਬ੍ਰਹਮੰਡ ਦੇ ਵਿੱਚ ਹੈ, ਉਹੀ ਪ੍ਰਮਾਤਮਾ ਸਾਡੇ ਸਰੀਰ ਦੇ ਵਿੱਚ ਹੈ। ਪਰ ਮਿਲਦਾ ਕਿਸ ਨੂੰ ਹੈ? ਸਤਿਗੁਰੂ ਪੀਪਾ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਜੋ ਗੁਰੂ ਦਾ ਗਿਆਨ ਲੈ ਕੇ ਉਸ ਦੀ ਖੋਜ ਕਰਦਾ ਆ। ਸੋ ਆਓ ਸਾਧ ਸੰਗਤ ਜੀ, ਅੱਜ ਪੂਰੇ ਵਿਸ਼ਵ ਦੇ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਗੁਰਪੁਰਬ ਮਨਾਇਆ ਜਾ ਰਿਹਾ ਆ। ਤੇ ਵਡਭਾਗਾਂ ਵਾਲਿਆਂ ਕਿੰਨੇ ਮਹਾਨ ਗੁਰੂਆਂ ਦੇ ਗੁਰੂ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਵਰਗੇ ਗੁਰੂ ਮਿਲੇ ਨੇ। ਤੇ ਆਓ ਉਹਨਾਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਨਾਲ ਜੁੜੀਏ ਤੇ ਗੁਰਬਾਣੀ ਨੂੰ ਕੱਲਾ ਪੜਨ ਤੱਕ ਸੀਮਿਤ ਨਹੀਂ ਰੱਖਣਾ, ਉਸ ਦੇ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦੀ ਕੋਸ਼ਿਸ਼ ਕਰੀਏ। ਆਦ ਅੰਤ ਜਹ ਕਰ ਨਹੀਂ, ਜੇ ਕਰ ਨਾਮ ਅਨੰਤ, ਸਭ ਕਰ ਪਾਲਨ ਹਾਰ ਹੈ, ਰਵਿਦਾਸ ਅਵਗਤ ਭਗਵੰਤ। ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਣਾ ਕਰਦੇ ਨੇ ਕਿ ਭਾਈ ਉਸ ਪ੍ਰਭੂ ਦਾ ਆਦ ਤੇ ਅੰਤ ਨਹੀਂ ਜੇ ਪਾਇਆ ਜਾ ਸਕਦਾ। ਕਹਿ ਰਵਿਦਾਸ ਅਕਥ ਕਥਾ, ਕਿ ਭਾਈ ਉਸ ਦੀ ਜੋ ਕਥਾ ਆ ਉਹ ਕਥੀ ਨਹੀਂ ਜੇ ਜਾ ਸਕਦੀ। ਉਸ ਦੇ ਅਨੇਕਾਂ ਨਾਮ ਨੇ, ਬੇਅੰਤ ਨਾਮ ਨੇ, ਤੇ ਸਭ ਦੀ ਪਾਲਣਾ ਕਰਨ ਵਾਲਾ ਪ੍ਰਭੂ ਹੈ, ਅਤੇ ਉਸ ਦਾ ਪਾਰਾਵਾਰ ਨਹੀਂ ਜੇ ਜਾਣਿਆ ਜਾ ਸਕਦਾ। ਸਾਧ ਸੰਗਤ ਜੀ, ਬਹੁਤ ਵੱਡੀ ਸੱਚਾਈ ਹੈ। ਜਿਸ ਨੂੰ ਵੀ ਉਹ ਪਰਮਪਿਤਾ ਪ੍ਰਮਾਤਮਾ ਦੀ ਪ੍ਰਾਪਤੀ ਹੋਈ ਹੈ, ਸਾਧ ਸੰਗਤ ਜੀ, ਉਸਨੇ ਇਹੀ ਫਰਮਾਇਆ ਹੈ, ਕਹਿ ਰਵਿਦਾਸ ਅਕਥ ਕਥਾ, ਕਿ ਭਾਈ ਉਹ ਪਰਮਪਿਤਾ ਪ੍ਰਮਾਤਮਾ ਇੰਨਾ ਮਹਾਨ ਹੈ ਕਿ ਉਸ ਦੀ ਕਥਾ ਕਥੀ ਨਹੀਂ ਜੇ ਜਾ ਸਕਦੀ, ਅਕਥ ਹੈ। ਰਵਿਦਾਸ ਏਕ ਜਗਦੀਸ਼ ਕਰ, ਤਰੈ ਅਨੰਤੈ ਨਾਮ, ਮੋਰੇ ਮਨ ਮੈਂ ਬਸ ਰਿਓ, ਅਦਮਨ ਪਾਵਨ ਰਾਮ। ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਇੱਕ ਜਗਦੀਸ਼ ਪ੍ਰਭੂ ਨੂੰ ਅਨੇਕਾਂ ਨਾਵਾਂ ਨਾਲ ਯਾਦ ਕੀਤਾ ਜਾਂਦਾ। ਸਾਧ ਸੰਗਤ ਜੀ, ਕੋਈ ਅੱਲਾ ਕਹਿੰਦਾ ਹੈ, ਕੋਈ ਵਾਹਿਗੁਰੂ ਕਹਿੰਦਾ ਹੈ, ਕੋਈ ਰਾਮ ਕਹਿੰਦਾ ਹੈ, ਕੋਈ ਸੋਹੰ ਕਹਿੰਦਾ ਹੈ। ਸਾਧ ਸੰਗਤ ਜੀ, ਕੋਈ ਸਤਨਾਮ। ਤੇ ਮੇਰੇ ਮਨ ਦੇ ਵਿੱਚ ਪਾਪਾਂ ਨੂੰ ਪਵਿੱਤਰ ਕਰਨ ਵਾਲੇ ਐਸੇ ਪ੍ਰਭੂ ਦਾ ਨਾਮ ਵਸ ਰਿਹਾ ਹੈ। ਇਹ ਸਾਧ ਸੰਗਤ ਜੀ, ਅਨੇਕਾਂ ਜੀਵ ਨੇ, ਅਨੇਕਾਂ ਸਥਾਨ ਨੇ, ਅਨੇਕਾਂ ਭਾਸ਼ਾਵਾਂ ਨੇ। ਹਰ ਭਾਸ਼ਾ ਦੇ ਵਿੱਚ ਉਹ ਪਰਮਪਿਤਾ ਪ੍ਰਮਾਤਮਾ ਨੂੰ ਯਾਦ ਕੀਤਾ ਜਾਂਦਾ ਹੈ ਅਲੱਗ-ਅਲੱਗ ਨਾਵਾਂ ਨਾਲ। ਪਰ ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾਉਂਦੇ ਨੇ, ਭਾਈ ਭਾਵੇਂ ਨਾਮ ਅਨੇਕ ਨੇ, ਪਰ ਉਹ ਜਿਸ ਦਾ ਨਾਮ ਆ ਉਹ ਇੱਕ ਹੈ। ਰਵਿਦਾਸ ਹਮਾਰੋ ਸਾਈਆਂ, ਰਾਗਵ ਰਾਮ ਰਹੀਮ, ਸਭ ਹੀ ਰਾਮ ਕੋ ਰੂਪ ਹੈ, ਕੈਸੋ ਕ੍ਰਿਸ਼ਨ ਕਰੀਮ। ਅੱਗੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ ਕਿ ਭਾਈ ਉਹ ਪ੍ਰਭੂ ਸਾਡਾ ਸੁਆਮੀ ਹੈ। ਕੋਈ ਉਸ ਪ੍ਰਮਾਤਮਾ ਨੂੰ ਰਾਗਵ ਕਹਿੰਦਾ ਹੈ, ਰਾਮ ਕਹਿੰਦਾ ਹੈ, ਰਹੀਮ ਕਹਿੰਦਾ ਹੈ। ਸਾਧ ਸੰਗਤ ਜੀ, ਤੇ ਅਨੇਕਾਂ ਜੀਵ ਨੇ, ਕੋਈ ਪ੍ਰਮਾਤਮਾ ਨੂੰ ਰਾਮ ਕਹਿ ਕੇ ਬੁਲਾਉਂਦਾ ਹੈ, ਕੋਈ ਕ੍ਰਿਸ਼ਨ ਕਹਿ ਕੇ ਬੁਲਾਉਂਦਾ ਹੈ, ਕੋਈ ਰਹੀਮ ਕਹਿ ਰਿਹਾ ਹੈ। ਸੰਸਾਰ ਦੇ ਸਾਰੇ ਜੀਵਾਂ ਦੇ ਵਿੱਚ ਉਹ ਪਰਮਪਿਤਾ ਪ੍ਰਮਾਤਮਾ ਮੌਜੂਦ ਹੈ। ਤੇ ਐਸੇ ਪ੍ਰਭੂ ਨੂੰ ਭਾਵੇਂ ਤੁਸੀਂ ਕੇਸਵ ਕਹੋ ਸਾਧ ਸੰਗਤ ਜੀ, ਭਾਵੇਂ ਕ੍ਰਿਸ਼ਨ ਕਰੀਮ ਕਹੋ, ਕਿਸੇ ਵੀ ਨਾਮ ਨਾਲ ਯਾਦ ਕਰੋ, ਪਰ ਉਸ ਪ੍ਰਮਾਤਮਾ ਨਾਲ ਜੁੜੋ ਜੋ ਤੁਹਾਡੇ ਅੰਦਰ ਬੈਠਾ ਹੈ। ਕਹਿ ਰਵਿਦਾਸ ਹਾਥ ਪੈਨੇ ਰਹੇ। ਸਾਧ ਸੰਗਤ ਜੀ, ਜਿਸ ਪ੍ਰਮਾਤਮਾ ਦੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਗੱਲ ਕਰਦੇ ਨੇ, ਜਿਸ ਪ੍ਰਮਾਤਮਾ ਦੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਪੂਜਾ ਕਰਦੇ ਨੇ, ਆਰਾਧਨਾ ਕਰਦੇ ਨੇ, ਉਹ ਪਰਮਪਿਤਾ ਪ੍ਰਮਾਤਮਾ ਆ ਜੋ ਸਾਡੇ ਸਰੀਰ ਦੇ ਵਿੱਚ ਬੈਠਾ ਆ। ਤੇਰਾ ਘਟ ਮੈਂ ਸਿਰਜਣਹਾਰ, ਕਸਤੂਰੀ ਮਿਰਗ ਪਾਸ ਹੈ, ਢੂੰਡਤ ਕਾਸ ਫਿਰੈ। ਸਤਿਗੁਰੂ ਰਵਿਦਾਸ ਮਹਾਰਾਜ ਜੀ ਉਸ ਪਰਮਪਿਤਾ ਪ੍ਰਮਾਤਮਾ ਦੀ ਗੱਲ ਕਰਦੇ ਨੇ। ਤੇ ਸਾਧ ਸੰਗਤ ਜੀ, ਸਤਿਗੁਰਾਂ ਦਾ ਇਹ ਵੀ ਫਰਮਾਨ ਹੈ
रविदास हमारो राम तो दशरथ कर सुतनाए, राम हमी मैं रम रहे विश्व कुटुंब माए। कि भाई जिस परमात्मा की मैं गल करदा हाँ, जिस राम की मैं गल करदा हाँ, वो दशरथ का बेटा राम नहीं है। मेरा राम तो हर जीव दे विच बैठा आ। ते साध संगत जी, सतगुरु जी फरमांदे ने कोई ऐसा जीव नहीं है जिस जीव दे विच परम पिता परमात्मा ना बैठा होवे। मैं उसे परमात्मा की गल करदा हाँ जो घट घट दे विच रमिया होया आ। रविदास को अल्लाह कहे, को पुकारै राम, केशव कृष्ण करीम सब, माधो मुकंदै नाम। अगे सतगुरु रविदास महाराज जी फरमांदे ने कि भाई उस प्रभु नूं कोई अल्लाह कह के बुलांदा है, कोई राम कह के बुलांदा है, कोई वाहिगुरू कह के बुलांदा है, ਅਤੇ ਉਸ ਨੂੰ ਕੋਈ ਕ੍ਰਿਸ਼ਨ ਕਹਿੰਦਾ ਹੈ, ਕਰੀਮ, ਮਾਧੋ, ਮੁਕੰਦ ਅਲੱਗ ਅਲੱਗ ਨਾਵਾਂ ਨਾਲ ਯਾਦ ਕੀਤਾ ਜਾਂਦਾ ਹੈ। ਪਰ ਸਾਧ ਸੰਗਤ ਜੀ ਉਹ ਇੱਕ ਹੀ ਹੈ। ਰਵਿਦਾਸ ਕਉ ਅੱਲਾ ਕਹੈ, ਕੋਈ ਪੁਕਾਰੈ ਰਾਮ, ਕੇਸਵ ਕ੍ਰਿਸ਼ਨ ਕਰੀਮ ਸਭ, ਮਾਧੋ ਮੁਕੰਦੈ ਨਾਮ। ਕਿ ਭਾਈ ਉਹ ਇੱਕ ਹੀ ਪਰਮ ਪਿਤਾ ਪ੍ਰਮਾਤਮਾ ਦੇ ਨਾਮ ਨੇ। ਉਹ ਪ੍ਰਮਾਤਮਾ ਇੱਕ ਹੈ ਪਰ ਉਸ ਦੇ ਨਾਮ ਅਨੇਕ ਨੇ। ਸੁਆਮੀ ਸਿਰਜਨਹਾਰ ਹੈ, राम रहीम खुदाए, रविदास हमारो मोहना, पावन कैसो राय। अगे सतगुरु रविदास महाराज जी समझाते ने कि भाई प्रभु ही सारे संसार का सिरजनहार है। उसनू चाहे राम कहो, रहीम कहो, खुदा कहो, अल्लाह कहो, वाहिगुरू कहो, अनेकां नावां नाल जीव उस नूं याद करते हैं। साध संगत जी, सतगुरु रविदास महाराज जी फरमांदे ने कि साडा सोना प्रभु पापियां नूं तारन वाला है, वो हर किसी दे अंदर बैठा है। ते साध संगत जी, बहुत वड्डी सच्चाई है कि अनेकां जीव ने जो परमात्मा नूं जंगलां, पहाड़ां, तीर्थ स्थानां ते लभदे फिरदे ने। ते सतगुरु जी समझांदे ने कि भाई परमात्मा कित्थे है। कह रविदास हाथ पै नेड़ै, सहजे होए सोए। कि साध संगत जी, जिस परमात्मा नूं असीं सैकड़े किलोमीटर दूर लभण जाने आ, जिस परमात्मा नूं असीं सैकड़े किलोमीटर की यात्रा करके जिस दे दर्शन दीदारे करना चाहते हैं, गुरबाणी दा फरमान है साध संगत जी, जय कारण तट तीर्थ जाई, रतन पदार्थ कट ही माई। कि भाई जिस परमात्मा दे दर्शन करन तुसीं तीर्थां ते जाने हो, वो परम पिता परमात्मा तुहाडे अंदर ही बैठा है। कह रविदास हाथ पै नेड़ै। ते साध संगत जी, आओ असीं भी वडभागां वाले हां कि सतगुरां ने सानूं परमात्मा दे जो दर्शन दीदारे करन दी जगह दसी है कि भाई अपने शरीर दे नाल जुड़ो। ये साध संगत जी, जिन्ने भी साडे महान पुरुष होए ने, उन्हां दा यही फरमान है कि जो साडा शरीर आ वो बड़ा पवित्र है। ये सानूं लगदा कि जो शरीर सानूं इंज ही मिल गया। सतगुरु कबीर साहब महाराज जी फरमांदे ने, गुर सेवा ते भगत कमाई, तब ए मानुस देही पाई। इस देही को सिमरै देव, सो देही पज हर की सेव। कि भाई वो परम पिता परमात्मा दी वड किरपा हुई है साध संगत जी, फिर सानू ये शरीर मिलिया है। ते ये जो शरीर मिलिया आ, ये सानू परमात्मा दी प्राप्ति दे लई, मनुखता दी सेवा दे लई साध संगत जी, सच दे मार्ग ते चलण वास्ते जो शरीर मिलिया आ। ते इस पावन पवित्र शरीर नू देवी वड्डे वड्डे देवी देवता तरसदे ने। इस देही को सिमरै देव। पर साध संगत जी, इस शरीर दे नाल असीं कर की रहे हां। साध संग बहुते जीव ने साध संगत जी जो नशे दे विच सवेर तो शाम तक शराबां पींदे ने, नशा करदे ने, इस जो शरीर दा नाश कर रहे ने। अनेकां जीव ने साध संगत जी जिन्हां ने इस शरीर नूं नरक बनाया है, परम पिता परमात्मा दे रहण दी थां आ। ते विचार करना साध संगत जी, जिन्ने भी संत महापुरुष होए ने, महान पुरुष होए ने, उन्हां दा शरीर भी साडे वर्गा सी। ਉਹੀ दो हथ पैर अखां ਕੰਨ नक। पर फर्क की सी साध संगत जी? फर्क सी कर्मां दा कि उन्हां दे कर्म ही इन्ने महान सन, इन्ने वड्डे वड्डे कारजो करके गए। अज संसार उन्हां नूं नमस्कारां करदा आ, याद करदा आ। ते आओ साडा शरीर भी बड़ा पवित्र आ, वो सारी दुनिया का मालक इस दे विच बैठा है। साध संगत जी, जिन्ने भी साडे महान पुरुष होए ने, सतगुरु रविदास महाराज जी, सतगुरु नामदेव, सतगुरु सैन, सतगुरु सदना जी, सतगुरु त्रिलोचन जी, सतगुरु सैन जी, सतगुरु नानक देव महाराज, सबना दा इक्को ही फरमान है, सब कुछ कर मैं बाहर नाही, बाहर टोलै सो परम भलाई। कि भाईओ सारी दुनिया का मालक साडे इस शरीर दे विच ही बैठा आ। दुलभ जन्म पुन फल पायो, बिरथा जात विवेक। रविदास को अल्लाह कहे,
को पुकारै राम, केशव कृष्ण करीम सब, माधो मुकंदह नाम। स्वामी सिरजनहार है, राम रहीम खुदाए, रविदास हमारो मोहना, पावन कैसो राय। कि भाईओ परम पिता परमात्मा जिस ने इस सृष्टि की रचना की, जिसने साडे शरीर नूं बनाया आ, वो एक ही है सब नूं बनाउण वाला। ते सतगुरु जी फरमांदे ने भाईओ साडा सोना परमात्मा वड्डे वड्डे पापियां नूं भी तार दिंदा है। अलख अल्लाह खालिक खुदा, कृष्ण करीम करतार, राम नाम अनेक है, कह रविदास विचार। धन धन जगत गुरु सतगुरु रविदास महाराज जी साध संगत जी अगे समझाना करते ने कि भाई मैं सोच विचार के कहता हाँ कि कोई परमात्मा नूं अल्लाह कहता है, कोई कृष्ण कहता है, कोई करीम करतार, अनेकां नामां नाल उस परमात्मा नूं याद करता है। उस परम पिता परमात्मा दे नाम अनेक ने साध संगत जी, पर वो परमात्मा एक है। जब जब फैलै जगत में कूड़ पाप अंधियार, तब तब राखै हाथ दे, रविदास इक राम हमार। सतगुरु रविदास महाराज जी समझाना करते ने कि भाई जदों भी संसार दे विच झूठ वध जावे, जदों भी पाप ते अंधकार फैलदा आ, उदों ही वो परम पिता परमात्मा अपने प्यारिਆਂ ਨੂੰ भेजदा है। तद तद ही साध संगत जी झूठ कपट ते पाप अंधकार ਨੂੰ दूर करन लई ਉਹ परम पिता परमात्मा ऐसे लाल तुद बिन कौन करे, गरीब नवाज गुसैया मेरा माथे छतर तरे, जाकी छोट जगत को लागै तां पर तुही डरै, नीचे ऊंच करे मेरा गोबिंद काहू ते ना डरै। ते भाईओ जदों परम पिता परमात्मा किसी भी जीव दे विच आके जदों परमात्मा अवतार धारण करदा है साध संगत जी, फिर वो डरदा नहीं है किसी तो। जिन्ने भी साडे महान पुरुष होए ने साध संगत जी, सबना ने झूठ दे नाल जो मुकाबला किया आ, क्रांतिकारी बिगल बजाया। भगती करे कोई सूरमा, सतगुरु कबीर साहिब महाराज जी का फरमान है कि भाई बहुते जीव सोचते ने भगती करना कोई सूरमिया का काम थोड़ा है, तो बड़ा सधारण जा काम है, राम राम कहना, वाहिगुरु वाहिगुरु कहना या भगती होगी। पर सतगुरु जी समझाते ने नहीं भाई, सब तो पहला तो सानू जो मन दे वहम भरम अडंबर ने वो खत्म करने पैंदे ने। ते बहुते जीव ने साध संगत जी कोई धागे तवीतां तो डरदा आ, कोई जादू टोणियां तो डरदा आ, ते इत्थों तक इन्ने कमजोर ने कि जे बिल्ली रस्ता कट जावे, किसी ने छिक मार दित्ती, वो अगे एक कदम नहीं जे पुटदे, अपना कामकार छड्ड दिंदे ने। वो मानसिक तौर ते साध संगत जी एक कमजोरी दी निशानी है। इसलिए सतगुरां ने फरमाया है भगती करे कोई सूरमा, के भाई सच दे मार्ग ते चलना, भगती करना ये सूरमियां दा काम है। क्योंकि साध संगत जी सब तो पहला तो सानू मन मजबूत करना पैंदा है कि भाई वो सारी दुनिया का मालक साडे अंदर ही बैठा आ। ते उस तो बाद साध संगत जी जदों असीं सच दे मार्ग ते चलदे हां, फिर साडा झूठ दे नाल मुकाबला हुंदा है। ते झूठ दे नाल ओही लड़ सकदा है साध संगत जी जिस दा गुरु डाडा होवे, जिस दा गुरु वड्डा होवे, जिसनूं सच्चा गुरु मिलिया होवे, ओही झूठ दा मुकाबला कर सकदा है। ते कुछ समय लिए इस तरह हुंदा है कि सच ते चलण वाले जो जीव ने वो बड़ा अपमान हुंदा है साध संगत जी, झूठ नूं इस तरह लगदा है कि मैं जित गया हाँ। पर जो सच दी जित है साध संगत जी भावें देर नाल होवे हुंदी जरूर है। एक बार झूठ नूं लगदा है कि वो जित रहा है, पर सतगुरु जी फरमांदे ने कि भाई जब जब फैलै जगत में कूड़ पाप अंधियार, तब तब राखै हाथ दई, रविदास इक राम हमार। कि भाई वो परम पिता परमात्मा हमेशा झूठ दे पाप दे नाल लड़न लई समय समय ते आउंदा रहा। साध संगत जी वख वख अवतारां दे विच अपने जो प्यारे ने उन्हां नूं भेजदा रहा आ। रविदास आस इक राम की, और न करो कोई आस, राम छाड़ ओरन रमै, रह सदा निरास। अगे धन धन जगत पिता जगत गुरु सतगुरु रविदास महाराज जी फरमांदे ने कि भाई मेरा भरोसा तो सेवक केवल सिर्फ एक परम पिता परमात्मा च है, ते वो परमात्मा जो मेरे शरीर दे विच है, मैं उसे परमात्मा ते विश्वास करदा, मैं किसी होर परमात्मा ते नहीं जी भरोसा करदा।
ਤੇ ਸਾਧ ਸੰਗਤ ਜੀ ਸਤਿਗੁਰੂ ਜੀ ਫਰਮਾਉਂਦੇ ਨੇ, ਤੋੜੂ ਨਾ ਪਾਤੀ ਪੂਜੂ ਨਾ ਦੇਵਾ, ਕਿ ਭਾਈ ਮੈਂ ਪ੍ਰਮਾਤਮਾ ਦੇ ਨਾਮ ਤੇ ਕੋਈ ਫਲ ਨਹੀਂ ਚੜਾਉਂਦਾ, ਮੈਂ ਕੋਈ ਫੁੱਲ ਪੱਤੀਆਂ ਨਹੀਂ ਜੇ ਤੋੜ ਕੇ ਚੜਾਉਂਦਾ, ਕਿਉਂਕਿ ਮੈਨੂੰ ਪਤਾ ਹੈ ਉਹ ਸਾਰੀ ਦੁਨੀਆ ਦਾ ਮਾਲਕ ਮੇਰੇ ਅੰਦਰ ਬੈਠਾ ਆ। ਤੇ ਸਾਧ ਸੰਗਤ ਜੀ ਮਿਲਦਾ ਕਿਵੇਂ? ਸਤਿਗੁਰੂ ਜੀ ਫਰਮਾਉਂਦੇ ਨੇ, ਭਾਈ ਇਮਾਨਦਾਰੀ ਦੀ ਰੋਟੀ ਕਮਾਓ ਤੇ ਜੀਭਾਂ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰੋ, ਉਹ ਸਾਰੀ ਦੁਨੀਆ ਦਾ ਮਾਲਕ ਸਾਨੂੰ ਇਸੇ ਸਰੀਰ ਦੇ ਵਿੱਚੋਂ ਹੀ ਮਿਲ ਜਾਵੇਗਾ। ਤੇ ਜੋ ਜੀ ਪ੍ਰਭੂ ਨੂੰ ਛੱਡ ਕੇ ਸਾਧ ਸੰਗਤ ਜੀ ਦੂਸਰੇ ਪਾਸੇ ਭਟਕਦਾ ਆ, ਉਹ ਹਮੇਸ਼ਾ ਨਿਰਾਸ਼ ਰਹਿੰਦਾ ਹੈ। ਰਾਮ ਛਾੜ ਔਰ ਰਨ ਰਮੈ, ਰਹਿ ਸਦਾ ਨਿਰਾਸ਼। ਕਿਉਂਕਿ ਸਾਧ ਸੰਗਤ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਨੇ, ਭਾਈ ਜੋ ਆਪਣੇ ਸਰੀਰ ਦੇ ਵਿੱਚ ਬੈਠੇ ਪ੍ਰਮਾਤਮਾ ਨੂੰ ਛੱਡ ਕੇ ਸੋਮਵਾਰ ਕਿਸੇ ਹੋਰ ਦਰ ਤੇ, ਮੰਗਲਵਾਰ ਕਿਸੇ ਹੋਰ ਦਰ ਤੇ, ਇਹ ਸਾਧ ਸੰਗਤ ਜੀ ਗੁਰਬਾਣੀ ਦਾ ਹੀ ਫਰਮਾਨ ਹੈ। ਅਸੀਂ ਹਰ ਰੋਜ਼ ਸ਼ਲੋਕ ਪੜ੍ਹਦੇ ਆ ਨਾ, ਹਰਸੋ ਹੀਰਾ ਛਾੜ ਕੇ ਕਰੇ ਆਨ ਕੀ ਆਸ, ਤੇ ਨਰ ਦੋ ਜਗ ਜਾਏਂਗੇ ਸਤ ਭਾਗ ਹੈ ਰਵਿਦਾਸ। ਕਿ ਭਾਈ ਹੀਰੇ ਵਰਗੇ ਪ੍ਰਮਾਤਮਾ ਨੂੰ ਛੱਡ ਕੇ ਜਦੋਂ ਅਸੀਂ ਇੱਧਰ ਉੱਧਰ ਭਟਕਦੇ ਆ, ਕਦੇ ਇਸ ਦਰ ਤੇ ਜਾਂਦੇ, ਕਦੇ ਉਸ ਦਰ ਤੇ ਜਾਂਦੇ, ਸਤਿਗੁਰੂ ਰਵਿਦਾਸ ਮਹਾਰਾਜ ਜੀ ਸਮਝਾ ਰਹੇ ਨੇ, ਭਾਈ ਤੇ ਨਰ ਦੋ ਜਗ ਜਾਏਂਗੇ ਸਤ ਭਾਗ ਹੈ ਰਵਿਦਾਸ। ਕਿ ਭਾਈ ਐਸੇ ਜੀਵ ਨਰਕਾਂ ਦੇ ਭਾਗੀ ਬਣਦੇ ਨੇ, ਕਿ ਉਹ ਹੀਰੇ ਵਰਗਾ ਪ੍ਰਮਾਤਮਾ ਸਾਡੇ ਸਰੀਰ ਦੇ ਵਿੱਚ ਬੈਠਾ ਆ, ਤੇ ਅਸੀਂ ਪ੍ਰਮਾਤਮਾ ਨੂੰ ਜੰਗਲਾਂ ਪਹਾੜਾਂ ਦੇ ਵਿੱਚ, ਤੀਰਥ ਸਥਾਨਾਂ ਦੇ ਉੱਪਰ ਲੱਭ ਰਹੇ ਹਾਂ। ਇਹ ਸਾਧ ਸੰਗਤ ਜੀ ਚੰਗੀ ਗੱਲ ਹੈ, ਅਸੀਂ ਕਿਤੇ ਤੀਰਥ ਸਥਾਨ ਤੇ ਜਾਂਦੇ ਆ, ਜਾਣਾ ਚਾਹੀਦਾ ਆ। ਕਿਸੇ ਸੰਤ ਮਹਾਂਪੁਰਸ਼ ਦੇ ਦਰਸ਼ਨ ਕਰਨ ਨੂੰ ਮਿਲਦੇ ਨੇ, ਸਾਨੂੰ ਕਰਨੇ ਚਾਹੀਦੇ ਨੇ। ਪਰ ਇੱਕ ਬਹੁਤ ਅਟਲ ਸੱਚਾਈ ਹੈ, ਬਹੁਤ ਵੱਡੀ ਸੱਚਾਈ ਹੈ, ਕਿ ਜਦੋਂ ਵੀ ਪ੍ਰਾਪਤੀ ਹੋਣੀ ਸਾਨੂੰ ਸੱਚ ਦੀ, ਐਸੇ ਸਰੀਰ ਦੇ ਵਿੱਚੋਂ ਹੀ ਹੋਣੀ ਹੈ। ਜੋ ਬ੍ਰਹਮੰਡ ਹੈ ਸੋਈ ਪਿੰਡ ਹੈ, ਜੋ ਖੋਜੈ ਸੋ ਪਾਵੈ, ਤੇਰਾ ਘਟ ਮੈਂ ਸਿਰਜਣਹਾਰ। ਅਨੇਕਾਂ ਵਾਰ ਸਾਧ ਸੰਗਤ ਜੀ ਜੋ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਹੈ, ਉਹ ਸਾਨੂੰ ਪੁਕਾਰ ਕੇ ਕਹਿੰਦੀ ਹੈ ਕਿ ਭਾਈ ਉਹ ਪ੍ਰਮਾਤਮਾ ਕਿਤੇ ਹੋਰ ਨਹੀਂ ਹੈ, ਤੇਰੇ ਅੰਦਰ ਹੀ ਬੈਠਾ ਹੈ। ਤੇਰਾ ਘਟ ਮੈਂ ਸਿਰਜਣਹਾਰ, ਕਸਤੂਰੀ ਮਿਰਗ ਪਾਸ ਹੈ ਢੂੰਡਤ ਕਾਸ ਫਿਰੈ। ਹਰ ਰੋਜ਼ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਸਾਨੂੰ ਜਗਾ ਰਹੀ ਹੈ। ਕਿਆ ਤੂੰ ਸੋਇਆ ਜਾਗ ਆਨਾ, ਤੈ ਜੀਵਨ ਜਗ ਸੱਚ ਕਰ ਜਾਨਾ। ਸੋ ਆਓ ਸਾਧ ਸੰਗਤ ਜੀ, ਪੂਰੇ ਵਿਸ਼ਵ ਦੇ ਵਿੱਚ ਧੰਨ ਧੰਨ ਜਗਤ ਗੁਰੂ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਉਤਸਵ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ। ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਨੇ, ਨਗਰ ਕੀਰਤਨ ਸਜਾਏ ਜਾ ਰਹੇ ਨੇ, ਸ਼ੋਭਾ ਯਾਤਰਾ, ਹਰ ਰੋਜ਼ ਕੀਰਤਨ ਦਰਬਾਰ ਸਜਦਾ ਹੈ, ਸਾਧ ਸੰਗਤ ਜੀ ਸਤਸੰਗ ਹੁੰਦੀ ਹੈ। ਬੜਾ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਪਿਆਰ ਕੀਤਾ ਜਾ ਰਿਹਾ ਹੈ। ਤੇ ਨਾਲ ਨਾਲ ਸਾਧ ਸੰਗਤ ਜੀ ਸਾਡਾ ਇਹ ਵੀ ਫਰਜ਼ ਬਣਦਾ ਹੈ ਕਿ ਜੋ ਅਸੀਂ ਸਤਸੰਗ ਕੀਰਤਨ ਦੇ ਵਿੱਚ ਸੁਣ ਕੇ ਆਉਂਦੇ ਹਾਂ, ਜੋ ਅਸੀਂ ਗੁਰਮਤਿ ਵਿਚਾਰਾਂ ਸੁਣਦੇ ਹਾਂ, ਅਸੀਂ ਉਸ ਨੂੰ ਸੁਣਨਾ ਨਹੀਂ ਹੈ, ਉਸ ਤੇ ਵਿਸ਼ਵਾਸ ਵੀ ਕਰਨਾ ਹੈ ਤੇ ਉਸ ਦੇ ਉੱਪਰ ਚੱਲਣਾ ਵੀ ਹੈ। ਇਹ ਨਹੀਂ ਹੈ ਕਿ ਅਸੀਂ ਸਤਸੰਗ ਕੀਰਤਨ ਸੁਣਿਆ ਤੇ ਸਾਡੇ ਉਹੀ ਕਰਮ ਚੱਲਦੇ ਰਹੇ। ਸਾਧ ਸੰਗਤ ਜੀ ਜਿੰਨੀਆਂ ਵੀ ਪਾਵਨ ਪਵਿੱਤਰ ਗੱਲਾਂ ਅਸੀਂ ਗੁਰਬਾਣੀ ਦੇ ਵਿੱਚ ਪੜ੍ਹਦੇ ਹਾਂ, ਸੁਣਦੇ ਹਾਂ, ਸਾਡਾ ਜੀਵਨ ਤਾਂ ਹੀ ਸਫਲਾ ਹੋਣਾ ਹੈ ਜੇ ਅਸੀਂ ਉਹਨਾਂ ਤੇ ਅਮਲ ਵੀ ਕਰਦੇ ਹਾਂ, ਉਸ ਦੇ ਅਨੁਸਾਰ ਆਪਣੀ ਜ਼ਿੰਦਗੀ ਨੂੰ ਢਾਲਦੇ ਹਾਂ। ਤੇ ਵੱਡ ਕਰਮਾਂ ਵਾਲਿਓ ਸਾਧ ਸੰਗਤ ਜੀ, ਸਤਿਗੁਰਾਂ ਨੇ ਤਾਂ ਸਾਨੂੰ ਬੜਾ ਸਿੱਧਾ ਸਾਦਾ ਰਸਤਾ ਦਿਖਾਇਆ ਆ ਕਿ ਭਾਈ ਆਪਣੀ ਜ਼ਿੰਮੇਵਾਰੀਆਂ ਨਿਭਾਓ, ਪਰਿਵਾਰਕ ਸਮਾਜਿਕ ਜ਼ਿੰਮੇਵਾਰੀਆਂ, ਹੱਥਾਂ ਨਾਲ ਕਿਰਤ ਕਮਾਈਆਂ, ਜੋ ਵੀ ਤੁਸੀਂ ਕੰਮ ਕਰਦੇ ਹੋ, ਚਾਹੇ ਦੁਕਾਨਦਾਰ ਹੋ, ਚਾਹੇ ਨੌਕਰੀ ਕਰਦੇ ਹੋ ਸਾਧ ਸੰਗਤ ਜੀ, ਚਾਹੇ ਦਿਹਾੜੀ ਕਰਦੇ ਹੋ, ਚਾਹੇ ਕੋਈ ਵਪਾਰ ਕਰਦੇ ਹੋ, ਆਪਣਾ ਜੋ ਕੰਮਕਾਰ ਹੈ ਉਹ ਇਮਾਨਦਾਰੀ ਨਾਲ ਕਰਦੇ ਰਹੋ ਤੇ ਜੀਭਾਂ ਨਾਲ ਉਸ ਪ੍ਰਮਾਤਮਾ ਦਾ ਸਿਮਰਨ ਕਰਦੇ ਰਹੋ। ਸਤਿਗੁਰੂ ਜੀ ਫਰਮਾਉਂਦੇ ਫਿਰ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ ਹੈ, ਉਹ ਸਾਰੀ ਦੁਨੀਆ ਦਾ ਮਾਲਕ ਸਾਨੂੰ ਆਪਣੇ ਅੰਦਰੋਂ ਹੀ ਮਿਲ ਜਾਵੇਗਾ। ਜੀਭਾ ਸੋ ਓੰਕਾਰ ਜਪ, ਹੱਥਨ ਸੋ ਕਰਕਾਰ, ਰਾਮ ਮਿਲੇ ਘਰ ਆਏ ਕਰ, ਕਹਿ ਰਵਿਦਾਸ ਵਿਚਾਰ। ਸੰਗਤ ਜੀ ਸੋ ਆਓ, ਜਿਸ ਬੇਗਮਪੁਰਾ ਦੀ ਗੱਲ ਸਤਿਗੁਰਾਂ ਨੇ ਕੀਤੀ, ਬਾਬਾ ਸਾਹਿਬ ਨੇ ਕੀਤੀ, ਸਤਿਗੁਰੂ ਨਾਨਕ ਦੇਵ ਮਹਾਰਾਜ, ਸਤਿਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣਾ ਪੂਰਾ ਵੰਸ਼ ਵਾਰ ਦਿੱਤਾ, ਪਰਿਵਾਰ ਵਾਰਿਆ। ਸਾਧ ਸੰਗਤ ਜੀ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਨੇ ਆਪਣੇ ਪਰਿਵਾਰ ਨੂੰ ਕੁਰਬਾਨ ਕਰ ਦਿੱਤਾ। 4-4 ਬੱਚਿਆਂ ਦੀ ਸ਼ਹਾਦਤ ਹੋਈ ਹੈ। ਸਾਧ ਸੰਗਤ ਜੀ ਕਿ ਮੀਟਿੰਗ ਦੇ ਵਿੱਚ ਜਾਣਾ ਹੋਵੇ, ਉਹ ਵੀ ਸਮਾਜ ਦੇ ਲਈ, ਤੇ ਘਰੇ ਬੱਚੇ ਦੀ ਲਾਸ਼ ਪਈ ਹੋਵੇ, ਬੜਾ ਦੁੱਖ ਚੱਲਿਆ। ਸਾਧ ਸੰਗਤ ਜੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਨੂੰ ਜੇਲ੍ਹਾਂ ਦੇ ਵਿੱਚ ਜਾਣਾ ਪਿਆ, ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ। ਸਾਧ ਸੰਗਤ ਜੀ ਇਹ ਜੋ ਅੱਜ ਸਾਡੇ ਸਿਰ ਤੇ ਛਤਰ ਝੁੱਲ ਰਹੇ ਨੇ ਨਾ, ਵੱਡੇ ਵੱਡੇ ਅਹੁਦਿਆਂ ਤੇ ਅਸੀਂ ਬੈਠੇ ਹਾਂ, ਵੱਡੀਆਂ ਵੱਡੀਆਂ ਗੱਡੀਆਂ 'ਚ ਘੁੰਮਦੇ ਆ, ਇਹ ਸਭ ਉਹਨਾਂ ਦੀ ਕੁਰਬਾਨੀਆਂ ਦਾ ਸੰਘਰਸ਼ ਦਾ ਨਤੀਜਾ ਹੈ। ਆਓ ਰਲ ਮਿਲ ਕੇ ਬੇਗਮਪੁਰਾ ਵਸਾਈਏ। ਤੇ ਬੇਗਮਪੁਰਾ ਸਾਧ ਸੰਗਤ ਜੀ ਇੱਕ ਅਵਸਥਾ ਹੈ,
कोई ये नहीं है कि कोई देश होवे जां सतगुरु जी फरमाते ने कि भाई ये ऐसी अवस्था है जदों असीं जात पात नूं खत्म कर देवांगे, जदों असीं धार्मिक वंडां नूं खत्म कर देवांगे, जदों असीं इंसान नूं इंसान समझांगे ते असीं ये सोच लैके आवांगे भाई हर जीव दे विच परम पिता परमात्मा आ, हर जीव परमात्मा दी अंश है। उस दिन साध संगत जी बेगमपुरा वस जाएगा जदों असीं किसी नूं जातां करके नहीं, धर्म करके नहीं, सिर्फ इस करके जाणांगे भाई ये इंसान है। ना कोई वड्डा होवे ना कोई छोटा होवे, भुखे नूं रोटी मिले साध संगत जी, जरूरतमंद दी जरूरत पूरी होवे। यही सतगुरां ने फरमाया बेगमपुरा शहर को नाओ दुख अंदो नहीं तैठाओ, कि भाई संसारिक तौर ते कोई दुख ना होवे। सो अज दी इन्नियां क बेनतियां प्रवान करना साध संगत जी, अज दे पावन पवित्र श्लोकां भी सतगुरां ने सानू समझाया आ कि भाई परमात्मा एक है, उसदे नाम अनेक ने। ਅਸੀਂ ਅਨੇਕਾਂ ਨਾਵਾਂ ਨਾਲ ਉਸ ਪ੍ਰਮਾਤਮਾ ਨੂੰ ਯਾਦ ਕਰਦੇ ਹਾਂ। ਅਲੱਗ-ਅਲੱਗ ਭਾਸ਼ਾਵਾਂ ਦੇ ਵਿੱਚ ਅਲੱਗ-ਅਲੱਗ ਨਾਮ ਨੇ ਸਾਧ ਸੰਗਤ ਜੀ। ਕੋਈ ਅੱਲਾਹ ਕਹਿੰਦਾ, ਕੋਈ ਵਾਹਿਗੁਰੂ ਕਹਿੰਦਾ, ਕੋਈ ਰਾਮ ਰਹੀਮ ਕ੍ਰਿਸ਼ਨ, ਅਲੱਗ-ਅਲੱਗ ਨਾਵਾਂ ਨਾਲ ਯਾਦ ਕਰਦੇ ਨੇ। ਪਰ ਉਹ ਪਰਮ ਪਿਤਾ ਪ੍ਰਮਾਤਮਾ ਇੱਕ ਹੈ ਤੇ ਹਰ ਜੀਵ ਦੇ ਵਿੱਚ ਉਹ ਪ੍ਰਮਾਤਮਾ ਬੈਠਾ ਹੈ। ਸੋ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨਾ, ਹੋਈਆਂ ਭੁੱਲਾਂ ਚੁੱਕਾਂ ਦੀਆਂ क्षमा, ਜੋ ਤੇਰੀ ਸ਼ਰਨਾਗਤਾ ਤਿਨ ਨਾਹੀ ਪਾਰ, ऊच नीच तुम ते तरे आलज संसार। श्लोक हर सो हीरा छाड़ कै करे आन की आस, ते नर दो जग जाहिंगे सत पाखै रविदास, ते नर दो जग जाहिंगे सत पाखै रविदास। जपो जी सतनाम 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 सोहं सतनाम, जो बोले सो निर्भय जगत गुरु सतगुरु रविदास महाराज की जय। जय गुरुदेव, धन गुरुदेव। सतनाम सतनाम सोहं सतनाम।